1981 ਵਿੱਚ ਸ਼ਰਦ ਜੋਸ਼ੀ ਕਿਸਾਨੀ ਸੰਗਠਨ ਦੇ ਸੰਸਥਾਪਕ ਮਹਾਰਾਸ਼ਟਰ ਦੀ ਸਰਹੱਦ ਤੇ ਸਥਿਤ ਨਿਪਾਨੀ ਪਿੰਡ ਵਿੱਚ ਤੰਬਾਕੂ ਦੇ ਕਿਸਾਨਾਂ ਦੇ ਵਿਸ਼ਾਲ ਅੰਦੋਲਨ 'ਚ ਨਾਅਰੇਬਾਜ਼ੀ ਕਰਦੇ ਹੋਏ ਸਾਨੂੰ ਪੀਕ ਨਹੀਂ ਮਿਹਨਤ ਦੇ ਪਸੀਨੇ ਦਾ ਮੁੱਲ ਚਾਹੀਦਾ ਹੈ। ਅਕਤੂਬਰ 1999 ਵਿੱਚ ਉੱਤਰ ਪ੍ਰਦੇਸ਼ ਦੇ ਇੱਕ ਜਾਟ ਨੇਤਾ ਮਹਿੰਦਰ ਸਿੰਘ ਟਿਕੈਤ ਨੇ 5 ਲੱਖ ਕਿਸਾਨਾਂ ਦਾ ਇੱਕ ਮੋਰਚਾ ਲਿਆਇਆ, ਜਿਸ ਵਿੱਚ ਬੈਲ ਗੱਡੀਆਂ ਅਤੇ ਟਰੈਕਟਰਾਂ ਦਾ ਕਾਫਲਾ ਸੀ ਅਤੇ ਰਾਜਪਥ ਦਿੱਲੀ ਬੋਟ ਕਲੱਬ ਵਿਖੇ ਡੇਰਾ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ, ਅਨਾਜ ਦੀ ਸਹੀ ਕੀਮਤ ਚਾਹੀਦੀ ਹੈ। ਹੁਣ ਪੰਜਾਬ ਦੇ ਕਿਸਾਨਾਂ ਨੇ ਇੱਕ ਵਾਰ ਫੇਰ ਦਿੱਲੀ ਨੂੰ ਘੇਰ ਲਿਆ ਹੈ, ਪਰ ਇਸ ਵਾਰ ਲੱਗਦਾ ਹੈ ਕਿ ਉਹ ਇਸ ਤੋਂ ਬਿਲਕੁਲ ਉਲਟ ਮੰਗ ਰਹੇ ਹਨ। ਮੋਦੀ ਸਰਕਾਰ ਨੂੰ 3 ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ ਹੈ। ਬਹੁਤ ਸਾਰੇ ਕਾਨੂੰਨ ਹੋਣ ਦੇ ਬਾਵਜੂਦ ਸਾਡੇ ਕਿਸਾਨ ਹਮੇਸ਼ਾ ਕਰਜ਼ੇ ਵਿੱਚ ਡੁੱਬੇ ਨਜ਼ਰ ਆਉਂਦੇ ਹਨ ਅਤੇ ਹਮੇਸ਼ਾ ਕਰਜ਼ਾ ਮੁਆਫੀ ਦੀ ਮੰਗ ਕਰਦੇ ਰਹਿੰਦੇ ਹਨ। ਜੋ ਮਰਜ਼ੀ ਹੋਵੇ, ਉਹ ਹਮੇਸ਼ਾ ਹਾਰ ਵੱਲ ਹੀ ਪਾਏ ਜਾਂਦੇ ਹਨ। ਜਦ ਕਿਤੇ ਬੰਪਰ ਫਸਲ ਹੋਵੇ ਤਾਂ ਰੱਖਣ ਦੀ ਸਹੂਲਤਾਂ ਦੀ ਘਾਟ ਵਜੋਂ ਅਨਾਜ ਦੀ ਕੀਮਤ 'ਚ ਘਾਟਾ ਹੁੰਦਾ ਹੈ। ਤਰਸ ਜੋ ਕਿਸਾਨ ਹਰ ਵਾਰੀ ਘਾਟੇ 'ਚ ਹੀ ਹੁੰਦਾ ਹੈ, ਉਸ ਨੂੰ ਅਨਾਜ ਸੜਨ ਤੋਂ ਪਹਿਲਾਂ ਵੇਚਣਾ ਪਊਗਾ। ਬਦਕਿਸਮਤੀ ਨਾਲ ਸਾਲਾਨਾ 1 ਲੱਖ ਕਰੋੜ ਦਾ ਉਪਜ ਸਮੇਂ ਸਿਰ ਇਕੱਤਰ ਨਾ ਕੀਤੇ ਜਾਣ ਕਾਰਨ ਸੜਦਾ ਹੈ। ਜੇ ਸੋਕਾ ਹੈ ਤਾਂ ਫਿਰ ਵੇਚਣ ਲਈ ਕੋਈ ਫਸਲ ਨਹੀਂ ਹੈ ਅਤੇ ਗਰੀਬ ਕਿਸਾਨ ਦੁਬਾਰਾ ਘਾਟੇ ਵਿੱਚ ਹੀ ਹੈ। ਇੱਥੋਂ ਤੱਕ ਕਿ ਆਮ ਸਮੇਂ ਵਿੱਚ ਵੀ ਬਹੁਤੇ ਕਿਸਾਨ ਸਹੀ ਕੀਮਤ ਨਹੀਂ ਪ੍ਰਾਪਤ ਕਰ ਸਕਦੇ। ਹਾਲਾਂਕਿ ਭਾਰਤ ਵਿੱਚ APMC ਦੇ 6630 ਬਾਜ਼ਾਰ ਹਨ, ਪਰ ਉਹ ਬਹੁਤੇ ਖੇਤਾਂ ਤੋਂ ਬਹੁਤ ਦੂਰ ਮੌਜੂਦ ਹਨ। ਇੱਕ APMC 496 ਵਰਗ ਕਿਲੋਮੀਟਰ ਦੇ ਏਰੀਆ 7 ਖੇਤਰ ਨੂੰ ਕਵਰ ਕਰਦਾ ਹੈ, ਜਦੋਂ ਕਿ ਇਹ ਹੋਣਾ 80 ਚਾਹੀਦਾ ਹੈ। ਜੇ ਕਿਸਾਨ APMC ਮੰਡੀ ਵੀ ਪਹੁੰਚੇ, ਫਿਰ ਵੀ ਜ਼ਿਆਦਾਤਰ ਮੰਡੀਆਂ ਆੜਤੀਆਂ ਜਾਂ ਵਿਚੋਲਿਆਂ ਦੀ ਪਕੜ ਵਿੱਚ ਹਨ, ਭਾਵੇਂ ਉਹ FCI ਜਾਂ ਰਾਜ ਏਜੰਸੀਆਂ ਦੀ ਤਰਫੋਂ ਵੀ ਕਿਉਂ ਨਾ ਖਰੀਦੀਆਂ ਜਾਂਦੀਆਂ ਹਨ। ਕੀ ਤੁਸੀਂ ਕਦੇ ਕ੍ਰਿਸ਼ੀ ਮੰਡੀ ਵਿੱਚ ਨਿਲਾਮੀ ਵੇਖੀ ਹੈ? ਅੱਖ ਝਪਕਣ ਤੋਂ ਪਹਿਲਾਂ ਅਲੋਪ ਹੋ ਜਾਂਦੀ ਹੈ। ਸਾਰੇ ਆਲੂ 3 ਰੁਪਏ ਵਿੱਚ ਖਰੀਦਣਗੇ। ਸਰਕਾਰ MSP ਦੇ ਆਧਾਰ ਤੇ ਏਜੰਟਾਂ ਨੂੰ ਪੈਸੇ ਦਿੰਦੀ ਹੈ, ਪਰ ਏਜੰਟ MSP ਨਾਲੋਂ ਘੱਟ ਕੀਮਤਾਂ ਤੇ ਅਨਾਜ ਖਰੀਦਦੇ ਹਨ। ਪਿਛਲੇ ਸਾਲ ਇਹ ਰਕਮ 5000 ਤੋਂ 8000 ਕਰੋੜ ਸੀ, ਜੋ ਸਿੱਧਾ ਆੜਤੀਆਂ ਦੀ ਜੇਬ 'ਚ ਜਾਂਦਾ ਹੈ। ਜੇ ਨੇੜਲੇ ਜ਼ਿਲ੍ਹੇ ਵਿੱਚ ਕੀਮਤ ਵਧੀਆ ਹੈ ਤਾਂ ਸਾਡੇ ਕਾਨੂੰਨ ਕਿਸਾਨਾਂ ਨੂੰ ਉੱਥੇ ਜਾ ਕੇ ਅਨਾਜ ਵੇਚਣ ਦੀ ਇਜਾਜ਼ਤ ਨਹੀਂ ਦਿੰਦੇ। ਦੂਰੀ ਅਤੇ ਰਲ ਮਿਲ ਕੇ ਰਹਿਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਭਾਰਤ ਦੇ ਛੋਟੇ ਕਿਸਾਨ, ਜੋ ਕਿ ਸਾਰੇ ਖੇਤੀਬਾੜੀ ਕਾਰਾਂ ਵਿੱਚ 87% ਬਣਦੇ ਹਨ, ਉਹ ਕਣਕ ਅਤੇ ਝੋਨੇ ਦਾ ਲਾਹੇਵੰਦ ਲਾਭ ਨਹੀਂ ਉਠਾ ਸਕਦੇ, ਜਿਸ ਤੇ MSP ਦੇ 80% ਬਜਟ ਖਰਚੇ ਜਾਂਦੇ ਹਨ। ਹਾਲਾਂਕਿ MSP 23 ਕਿਸਮਾਂ ਦੀਆਂ ਫਸਲਾਂ ਲਈ ਘੋਸ਼ਿਤ ਕੀਤਾ ਗਿਆ ਹੈ, ਪਰ ਕੋਈ ਵੀ ਫਲ ਜਾਂ ਸਬਜ਼ੀਆਂ ਲਈ ਨਹੀਂ ਹੈ। ਇਸ ਲਈ ਜੋ ਮੁੱਲ ਕਿਸਾਨ ਪ੍ਰਾਪਤ ਕਰਦਾ ਹੈ, ਉਹ ਆਪਣੀ ਉਪਜ ਬਿਨਾਂ ਸੋਚੇ ਉਸੇ ਤੇ ਵੇਚਦਾ ਹੈ। ਉਹਨਾਂ ਵਪਾਰੀਆਂ ਨੂੰ ਜਿਹੜੇ ਖੇਤਾਂ ਦੇ ਦਰਵਾਜ਼ਿਆਂ ਤੋਂ ਅਨਾਜ ਚੁੱਕਦੇ ਹਨ, APMC ਦੀ ਕੀਮਤ ਤੋਂ ਬਹੁਤ ਘੱਟ, ਪਰ ਇਹਨਾਂ ਵਪਾਰੀਆਂ ਨੂੰ ਸਿਰਫ ਦਲਾਲ ਨਾ ਸਮਝੋ, ਇਹ ਇੱਕ ਮਹੱਤਵਪੂਰਨ ਭੂਮਿਕਾ ਵੀ ਨਿਭਾਉਂਦੇ ਹਨ। ਸਭ ਤੋਂ ਪਹਿਲਾਂ ਉਹ ਵੱਖ-ਵੱਖ ਥਾਵਾਂ ਤੋਂ ਕਈ ਕਿਸਮਾਂ ਦੇ ਉਤਪਾਦ ਇਕੱਠੇ ਕਰਦੇ ਹਨ ਅਤੇ ਉਹਨਾਂ ਨੂੰ ਛਾਂਟੀ ਕੇਂਦਰਾਂ ਤੇ ਲੈ ਜਾਂਦੇ ਹਨ, ਜਿੱਥੇ ਉਤਪਾਦ ਦੀ ਗੁਣਵੱਤਾ, ਮਾਪ ਅਤੇ ਤਾਜ਼ਗੀ ਅਨੁਸਾਰ ਕ੍ਰਮਬੱਧ ਕੀਤਾ ਜਾਂਦਾ ਹੈ ਅਤੇ ਫਿਰ ਵੱਖ-ਵੱਖ ਸ਼ਹਿਰ ਪੈਸੇ ਦੇਣ ਦੀ ਉਹਨਾਂ ਦੀ ਸਮਰੱਥਾ ਦੇ ਅਨੁਸਾਰ ਉਤਪਾਦਾਂ ਨੂੰ ਭੇਜ ਦਿੰਦੇ ਹਨ। ਖੇਤੀਬਾੜੀ 'ਚ ਨਿੱਜੀ ਕੰਪਨੀਆਂ ਦੇ ਘੱਟ ਨਿਵੇਸ਼ ਹੋਣ ਕਾਰਨ ਦੇਸ਼ ਦੇ ਸਿਰਫ 10% ਉਤਪਾਦਾਂ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ। 1955 ਵਿੱਚ ਆਜ਼ਾਦੀ ਤੋਂ ਤੁਰੰਤ ਬਾਅਦ ਅਨਾਜ ਦੀ ਘਾਟ ਦੇ ਸਮੇਂ ਜਾਰੀ ਕੀਤੇ ਗਏ ਜ਼ਰੂਰੀ ਵਸਤੂ ਐਕਟ ਦੇ ਕਾਰਨ ਰਾਜ ਤੋਂ ਇਲਾਵਾ ਕਿਸੇ ਵੀ ਏਜੰਸੀ ਨੂੰ ਕੁਝ ਨਿਸ਼ਚਿਤ ਮਾਤਰਾਵਾਂ ਤੋਂ ਵੱਧ ਸਟੋਰ ਕਰਨ ਲਈ ਇੱਕ ਪਾਬੰਦੀ ਲਗਾਈ ਗਈ ਸੀ। ਭਾਵੇਂ ਅੱਜ ਭਾਰਤ 'ਚ ਅਨਾਜ ਦੀ ਕੋਈ ਘਾਟ ਨਹੀਂ ਹੈ ਅਤੇ ਭਾਵੇਂ ਉਹ ਦੂਜੇ ਦੇਸ਼ਾਂ ਵਿੱਚ ਚਾਵਲ ਅਤੇ ਕਣਕ ਦੀ ਨਿਰਯਾਤ ਵੀ ਕਰਦੇ ਹਨ, ਫਿਰ ਵੀ ਕੰਪਨੀਆਂ ਕੋਲਡ ਸਟੋਰੇਜ ਵਰਗੇ ਬੁਨਿਆਦੀ ਢਾਂਚੇ ਨੂੰ ਸਥਾਪਿਤ ਕਰਨ ਤੋਂ ਡਰਦੀਆਂ ਹਨ, ਕਿਉਂਕਿ ਸਰਕਾਰ ਇਸ ਨੂੰ ਕਿਸੇ ਵੀ ਸਮੇਂ ਬੰਦ ਕਰ ਦੇਵੇਗੀ। ਇਹਨਾਂ ਸਾਰਿਆਂ ਪਿੰਜਰਿਆਂ ਨੂੰ ਤੋੜਨ ਲਈ ਭਾਜਪਾ ਨੇ 3 ਬਿੱਲ ਪਾਸ ਕੀਤੇ ਨੇ। ਪਹਿਲਾਂ APMC ਦੀ ਏਕਾਧਿਕਾਰ ਖਤਮ ਕਰਕੇ ਇਸ ਨੇ ਕਿਸਾਨਾਂ ਨੂੰ ਕਿਸੇ ਵੀ ਮੰਡੀ ਵਿੱਚ ਵੇਚਣ ਦਾ ਉਪਾਅ ਦਿੱਤਾ। ਦੂਜਾ ਬਿੱਲ ਕਾਰਪੋਰੇਟ ਘਰਾਣਿਆਂ ਨੂੰ ਸਿੱਧੇ ਤੌਰ ਤੇ ਕਿਸਾਨਾਂ ਨਾਲ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਉਹਨਾਂ ਦੀ ਗਾਰੰਟੀ ਕੀਮਤ ਦਾ ਵਾਅਦਾ ਦਿੰਦਾ ਹੈ। ਆਖਰੀ ਬਿੱਲ 6 ਦਹਾਕੇ ਪੁਰਾਣੇ ਕਾਨੂੰਨ ਨੂੰ ਸੁਧਾਰਦਾ ਹੈ, ਜੋ ਖੇਤੀਬਾੜੀ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰ ਸਕਦਾ ਹੈ। ਜ਼ਰੂਰੀ ਵਸਤੂ ਬਿੱਲ 2020, ਪਰ ਖਾਸ ਕਰ ਪੰਜਾਬ ਸਰਕਾਰ ਇਹਨਾਂ ਸੁਧਾਰਾਂ ਦਾ ਸਖਤ ਵਿਰੋਧ ਕਰ ਰਹੀ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੋਮਣੀ ਅਕਾਲੀ ਦਲ ਸਰਦਾਰਨੀ ਸ਼੍ਰੀ ਹਰਸਿਮਰਤ ਕੌਰ ਨੇ ਸਰਕਾਰ ਨੂੰ ਆਪਣਾ ਇਸਤੀਫਾ ਦੇ ਦਿੱਤਾ। ਸਰਕਾਰ ਦੇ ਵਿਰੋਧ ਦਾ ਮੁੱਖ ਕਾਰਨ ਇਹ ਹੈ ਕਿ ਉਹ 8.5% ਮੰਡੀ ਫੀਸਾਂ ਦੇ ਜ਼ਰੀਏ 3000 ਕਰੋੜ ਰੁਪਏ ਸਾਲਾਨਾ ਕਮਾਉਂਦੇ ਹਨ, ਜੋ ਜੇਕਰ APMC ਮੰਡੀਆਂ ਦੇ ਬਾਹਰ ਵੇਚਣਾ ਸ਼ੁਰੂ ਕਰਦੇ ਹਨ ਤਾਂ ਇਹ ਗਵਾ ਸਕਦੇ ਹਨ। ਪੰਜਾਬ ਦੇ ਵੱਡੇ ਅਤੇ ਅਮੀਰ ਕਿਸਾਨ ਜੋ ਜ਼ਿਆਦਾਤਰ MSP ਫਸਲਾਂ ਉਗਾਉਂਦੇ ਹਨ,
ਉਹਨਾਂ ਨੂੰ ਡਰ ਹੈ ਕਿ ਜੇ ਬਹੁਤ ਸਾਰੀਆਂ ਸਰਕਾਰਾਂ ਨੂੰ ਮੰਡੀ ਫੀਸ ਨਾ ਮਿਲੀ ਤਾਂ MSP ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕੋਈ ਪ੍ਰੇਰਣਾ ਨਹੀਂ ਮਿਲੂਗੀ। ਪੰਜਾਬ ਦੇ 95% ਕਿਸਾਨ ਆਪਣਾ ਝੋਨਾ MSP ਤੇ ਵੇਚਦੇ ਹਨ, ਜਦਕਿ ਦੇਸ਼ ਭਰ ਵਿੱਚ ਇਹ ਸਿਰਫ 12% ਹੈ। ਉਹ ਇਹ ਲਾਭ ਗੁਆਉਣ ਤੋਂ ਡਰਦੇ ਹਨ। ਇਸ ਲਈ ਪੰਜਾਬ ਦੇ ਕਿਸਾਨਾਂ ਦੀ ਮੰਗ ਹੈ ਜਿੱਥੇ ਹਰ ਮੰਡੀ ਤੇ ਇੱਕੋ ਜਿਹੀ ਡਿਊਟੀ ਲਗਾਈ ਜਾਣੀ ਚਾਹੀਦੀ ਹੈ। ਇਹ ਸਿਰਫ ਆੜਤੀਆਂ ਅਤੇ ਵਿਚੋਲਿਆਂ ਦਾ ਰਾਜ ਕਾਇਮ ਰੱਖਦੀ ਹੈ। ਇੱਕ ਪਾਸੇ ਜਿੱਥੇ ਸਰਕਾਰ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਦੂਜੇ ਪਾਸੇ ਉਸੇ ਸਮੇਂ ਇਨ੍ਹਾਂ ਸੁਧਾਰਾਂ ਦੀ ਭਾਵਨਾ ਦੇ ਵਿਰੁੱਧ ਕੇਂਦਰ ਨੇ ਵੱਧ ਰਹੀਆਂ ਕੀਮਤਾਂ ਕਾਰਨ ਪਿਆਜ਼ ਦੀ ਨਿਰਯਾਤ ਤੇ ਪਾਬੰਦੀ ਲਗਾ ਕੇ ਕਿਸਾਨਾਂ ਦੀ ਕਮਾਈ ਰੋਕ ਦਿੱਤੀ। ਫਿਰ ਜੂਨ ਵਿੱਚ ਉਹਨਾਂ ਨੇ ਦਾਲਾਂ ਦੀ ਦਰਾਮਦ ਡਿਊਟੀ ਨੂੰ 10% ਤੱਕ ਘਟਾ ਦਿੱਤਾ। ਫਿਰ ਇਸ ਨੂੰ ਅਗਸਤ ਵਿੱਚ ਵਧਾ ਕੇ 30% ਕੀਤਾ ਅਤੇ ਫਿਰ ਸਤੰਬਰ ਵਿੱਚ ਫਿਰ ਘਟਾ ਦਿੱਤਾ, ਜਿਸ ਨਾਲ ਕਿਸਾਨਾਂ ਦੀ ਆਜ਼ਾਦੀ ਤੇ ਰੋਕ ਲੱਗੀ। ਅਨਾਜ ਦੀਆਂ ਕੀਮਤਾਂ ਵਿੱਚ ਇਹ ਦਖਲ ਸ਼ਹਿਰਾਂ ਦੇ ਨਾਗਰਿਕਾਂ ਨੂੰ ਵੱਧ ਰਹੀਆਂ ਕੀਮਤਾਂ ਤੋਂ ਬਚਾਉਣ, ਕਿਸਾਨਾਂ ਨੂੰ ਨੁਕਸਾਨ ਪਹੁੰਚਾਉਂਦਿਆਂ ਕੀਤਾ ਗਿਆ ਜਾਪਦਾ ਹੈ। ਇਸ ਨੂੰ ਬੰਦ ਕਰਨਾ ਚਾਹੀਦਾ ਹੈ। ਮੋਦੀ ਜੀ ਸਵਾਮੀਨਾਥਨ ਕਮੇਟੀ 2014 ਦੀਆਂ ਸਿਫਾਰਿਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਅਸਮਰੱਥ ਰਹੇ ਹਨ। MSP ਦੀ ਕਾਸਟ ਦੀ ਲਾਗਤ ਵਿੱਚ 1.5 ਗੁਣਾ ਵਾਧਾ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਉਹ ਕਿਸਾਨਾਂ ਨੂੰ ਯਕੀਨ ਦਿਵਾਉਣ ਵਿੱਚ ਕਾਮਯਾਬ ਨਹੀਂ ਹੋਏ। ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਅਤੇ ਇੱਕ ਵਾਰ ਫੇਰ ਕਹਾਂਗਾ, MSP ਰਹੇਗਾ, ਸਰਕਾਰੀ ਖਰੀਦ ਜਾਰੀ ਰਹੇਗੀ। ਕਿਸਾਨਾਂ ਦੀ ਮੰਗ, MSP ਨੂੰ ਕਾਨੂੰਨੀ ਅਧਿਕਾਰ ਬਣਾਓ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਕੋਲ ਪਹਿਲਾਂ ਹੀ ਕਾਫੀ ਅਨਾਜ ਹੈ ਅਤੇ ਫੂਡ ਕਾਰਪੋਰੇਸ਼ਨ ਦੇ ਗੋਦਾਮ ਇੰਨੇ ਗੱਜ ਭਰੇ ਹੋਏ ਹਨ ਕਿ ਭੁੱਖੇ ਬੰਦੇ ਨਹੀਂ, ਭੁੱਖੇ ਚੂਹੇ ਅਨਾਜ ਖਾ ਰਹੇ ਹਨ। ਹਾਲਾਂਕਿ ਸਰਕਾਰ ਨੂੰ ਕਿਸਾਨਾਂ ਦਾ ਭਰੋਸਾ ਜਿੱਤਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਸੁਧਾਰ ਨਾ ਸਿਰਫ ਉਹਨਾਂ ਲਈ ਬਲਕਿ ਦੇਸ਼ ਲਈ ਵੀ ਵਧੀਆ ਹੈ। ਇਹ ਆਖਰਕਾਰ ਵਾਪਰ ਕੇ ਰਹੂਗਾ ਕਿਉਂਕਿ ਇਹ ਸੁਧਾਰ ਕੰਪਨੀਆਂ ਨੂੰ ਬਿਜਾਈ ਤੋਂ ਪਹਿਲਾਂ ਖਰੀਦ ਮੁੱਲ ਤੇ ਇੱਕ ਪੰਜ ਫਸਲਾਂ ਲਈ ਕਿਸਾਨਾਂ ਨਾਲ ਬੈਠ ਕੇ ਸੈਟਲ ਕਰਨ ਲਈ ਉਤਸ਼ਾਹਿਤ ਕਰਦਾ ਹੈ। ਪੈਪਸੀਕੋ ਇਸ ਦੇ ਲੇਜ਼ ਆਲੂ ਚਿਪਸ ਬ੍ਰਾਂਡ ਲਈ ਪਹਿਲਾਂ ਹੀ ਦੇਸ਼ ਭਰ ਵਿੱਚ 27,000 ਕਿਸਾਨਾਂ ਨਾਲ ਕੰਮ ਕਰ ਰਹੀ ਹੈ। ਉਹ ਉਹਨਾਂ ਨੂੰ ਚੰਗੀ ਕਿਸਮ ਦੇ ਬੀਜ ਦਿੰਦੇ ਹਨ, ਇੱਥੋਂ ਤੱਕ ਕਿ ਬੰਪਰ ਫਸਲਾਂ ਵਿੱਚ ਵੀ ਅਤੇ ਵਾਅਦੇ ਅਨੁਸਾਰ ਉਹਨਾਂ ਨੂੰ ਖਰੀਦਦੇ ਹਨ। 98% ਕਿਸਾਨ ਜਿਨ੍ਹਾਂ ਨੇ ਉਹਨਾਂ ਨਾਲ ਕੰਮ ਕੀਤਾ ਉਹ ਆਪਣੀ ਸਾਂਝ ਜਾਰੀ ਰੱਖਦੇ ਹਨ। ਇਹ ਸਾਬਤ ਕਰਦੇ ਹਨ ਕਿ ਕਾਰਪੋਰੇਟ ਘਰਾਣੇ ਸ਼ੈਤਾਨ ਨਹੀਂ ਹਨ ਜੋ ਉਹਨਾਂ ਨੂੰ ਬਣਾਇਆ ਗਿਆ ਹੈ। ਹਾਲਾਂਕਿ ਕਾਂਗਰਸ ਦੇ 2019 ਦੇ ਚੋਣ ਮਨੋਰਥ ਪੱਤਰ ਦੀ ਧਾਰਾ 11 ਅਤੇ 12 ਅਤੇ ਪੰਜਾਬ ਦੀ ਆਪਣੀ ਕਮਿਸ਼ਨ ਕਮੇਟੀ ਨੇ ਸਪਸ਼ਟ ਤੌਰ ਤੇ ਸਮਾਨ ਸੁਧਾਰਾਂ ਦੀ ਸਿਫਾਰਿਸ਼ ਕੀਤੀ ਸੀ। ਫਿਰ ਵੀ ਪੰਜਾਬ ਨੇ ਰਸਮੀ ਤੌਰ ਤੇ ਇਸ ਦੇ ਆਪਣੇ 3 ਬਿੱਲਾਂ ਨੂੰ ਪਾਸ ਕਰ ਦਿੱਤਾ ਅਤੇ ਸਰਕਾਰ ਨੂੰ ਟਾਕਰਾ ਕਰਨ ਦੀ ਹੀ ਧਮਕੀ ਦਿੱਤੀ। ਲਿਸਨ, ਜੇ ਕੋਈ MSP ਤੋਂ ਘੱਟ ਕਣਕ ਜਾਂ ਝੋਨਾ ਵੇਚਦਾ ਹੈ ਜਾਂ ਖਰੀਦਦਾ ਹੈ ਤਾਂ ਅਸੀਂ ਇਸ ਨੂੰ ਜੇਲ੍ਹ ਵਿੱਚ ਪਾ ਦਿਆਂਗੇ। ਮਹਾਰਾਸ਼ਟਰ ਵਿੱਚ ਕਾਂਗਰਸ NCP ਦੇ ਅਧੀਨ 305 APMC ਅਤੇ 45,681 ਕਰੋੜ ਰੁਪਏ ਦੇ ਟਰਨਓਵਰ ਦੇ ਨਾਲ ਉਹ ਅਜੇ ਤੱਕ ਕਾਨੂੰਨਾਂ ਦੇ ਵਿਰੁੱਧ ਜ਼ੋਰਦਾਰ ਨਹੀਂ ਹੋਏ ਹਨ। ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਮਹਾਰਾਸ਼ਟਰ ਨੇ 14 ਹੋਰ ਰਾਜਾਂ ਦੀ ਤਰ੍ਹਾਂ ਸਾਲ 2016 ਵਿੱਚ APMC ਦੇ ਦਾਇਰੇ ਤੋਂ ਫਲ ਅਤੇ ਸਬਜ਼ੀਆਂ ਹਟਾ ਦਿੱਤੀਆਂ ਸਨ। ਭਾਵੇਂ ਕਿ 1165 ਪ੍ਰਾਈਵੇਟ ਲਾਇਸੈਂਸ ਜਾਰੀ ਕੀਤੇ ਗਏ ਸਨ ਸਿੱਧੇ ਤੌਰ ਤੇ ਕਿਸਾਨਾਂ ਤੋਂ ਖਰੀਦ ਲਈ ਅਤੇ ਮਹਾਰਾਸ਼ਟਰ ਵਿੱਚ 16 ਨਿੱਜੀ ਦਾਣਾ ਮੰਡੀਆਂ ਸਥਾਪਿਤ ਕੀਤੀਆਂ ਗਈਆਂ ਸਨ। APMC ਦਾ ਕਾਰੋਬਾਰ ਅਜੇ ਵੀ ਸਭਨਾਂ ਨਾਲੋਂ 5 ਗੁਣਾ ਜ਼ਿਆਦਾ ਹੈ। ਬਿਹਾਰ ਨੇ 2006 ਵਿੱਚ APMC ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਤਾਂ ਕਿ ਵਿਚੋਲਿਆਂ ਦਾ ਸਿਸਟਮ ਖਤਮ ਹੋ ਸਕੇ, ਜਦੋਂ ਕਿ ਕੇਰਲ ਵਿੱਚ ਕਦੇ ਵੀ APMC ਦਾ ਕਾਨੂੰਨ ਸ਼ੁਰੂ ਹੀ ਨਹੀਂ ਹੋਇਆ ਸੀ। ਹਾਲਾਂਕਿ ਇਨ੍ਹਾਂ ਬਿੱਲਾਂ ਦੁਆਰਾ ਇਕੱਲੇ ਸੁਧਾਰ ਨਹੀਂ ਕੀਤੇ ਜਾ ਸਕਦੇ। ਤਬਦੀਲੀ ਤਾਂ ਹੀ ਦਿਖਾਈ ਦੇਵੇਗੀ ਜਦੋਂ ਸਾਰੇ 3 ਸੁਧਾਰ ਇੱਕੋ ਸਮੇਂ ਹੋਣ। ਸ਼ਾਇਦ ਇਹ ਕੁਝ ਕਿਸਾਨਾਂ ਨੂੰ ਮੱਕੀ ਅਤੇ ਗੰਨੇ ਵਰਗੀਆਂ ਫਸਲਾਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰ ਸਕਦਾ ਹੈ ਜਿਸ 'ਚ ਪਾਣੀ ਦੀ ਵਾਧੂ ਖਪਤ ਹੁੰਦੀ ਹੈ। ਇਸ ਕਾਰਨ ਪੰਜਾਬ ਵਰਗੇ ਰਾਜਾਂ ਵਿੱਚ ਧਰਤੀ ਹੇਠ ਪਾਣੀ ਦੀ ਬਹੁਤ ਘਾਟ ਹੈ, ਇੱਕ ਮੁੱਦਾ ਜਿਸ ਨੂੰ ਮੌਜੂਦਾ ਪੰਜਾਬ ਸਰਕਾਰ ਨੇ ਵੀ ਮੰਨ ਲਿਆ। ਬਾਗਬਾਨੀ ਫਸਲਾਂ ਉਗਾ ਕੇ ਪੰਜਾਬ ਦੇ ਕਿਸਾਨਾਂ ਦੀ ਤੁਲਨਾ ਵਿੱਚ ਸਿਰਫ 1/3 ਪਾਣੀ ਦੀ ਵਰਤੋਂ ਕਰਦੇ ਹਾਂ। ਕਰਨਾਟਕ ਦੇ ਕਿਸਾਨ ਛੋਟੇ ਖੇਤਾਂ ਤੇ ਪ੍ਰਤੀ ਏਕੜ 1 ਲੱਖ ਰੁਪਏ ਕਮਾਉਂਦੇ ਹਨ। ਬਿਹਾਰ ਦੇ ਕਿਸਾਨਾਂ ਨੇ ਮਖਾਨਾ ਅਤੇ ਮਹਾਰਾਸ਼ਟਰ ਵਿੱਚ ਪੈਸ਼ਨ ਫਰੂਟ ਉਗਾ ਕੇ ਪ੍ਰਤੀ ਏਕੜ ਬਿਹਤਰ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜੇ ਪੰਜਾਬ ਦੇ ਕੁਝ ਕਿਸਾਨ ਵੀ ਇਸ ਸੁਧਾਰ ਕਾਰਨ ਝੋਨੇ ਦੀ ਬਿਜਾਈ ਬੰਦ ਕਰ ਦਿੰਦੇ ਹਨ ਤਾਂ ਇਹ ਦਿੱਲੀ ਦੇ ਪ੍ਰਦੂਸ਼ਣ ਨੂੰ ਵੀ ਘੱਟ ਕਰੇਗਾ। ਮਾਰਕੀਟ ਨੂੰ ਉਮੀਦ ਹੈ ਕਿ APMC ਇਲੈਕਟ੍ਰੋਨਿਕ ਪਲੇਟਫਾਰਮ ਵੱਲ ਵਧੇਗੀ। ਬਾਜ਼ਾਰ ਵਿੱਚ ਆਉਣ ਵਾਲੀ ਆਮਦ ਵਿੱਚ 20% ਦੀ ਕਮੀ ਆਵੇਗੀ। ਵੱਡੇ ਫੂਡ ਪ੍ਰੋਸੈਸਰ ਵਿਚੋਲਿਆਂ ਨੂੰ ਹਟਾ ਕੇ ਕਿਸਾਨਾਂ ਨੂੰ ਬਿਹਤਰ ਕੀਮਤਾਂ ਦੇ ਸਕਦੇ ਹਨ। 4 ਰਾਜਾਂ ਦੇ 795 ਕਿਸਾਨਾਂ ਦੇ ਇੱਕ 2014 ਦੇ ਸਰਵੇਖਣ ਨੇ ਦਿਖਾਇਆ ਹੈ ਕਿ ਉਹਨਾਂ ਨੂੰ ਮੰਡੀਆਂ ਦੇ ਮੁਕਾਬਲੇ ਨਿੱਜੀ ਕਲੈਕਸ਼ਨ ਸੈਂਟਰਾਂ ਵਿੱਚ ਵੱਧ ਕੀਮਤਾਂ ਪ੍ਰਾਪਤ ਹੋਈਆਂ ਹਨ।
APMC ਦੇ ਅਧਿਕਾਰ ਖੇਤਰ ਤੋਂ ਬਾਹਰ ਵਪਾਰ ਨੂੰ ਸੀਮਤ ਕਰਨ ਦੀ ਕਿਸਾਨਾਂ ਦੁਆਰਾ ਕੀਤੀ ਗਈ ਮੰਗ ਨਿਯੰਤਰਣ ਰੱਖਣ ਲਈ ਆੜ੍ਹਤੀਆਂ ਦੀ ਇੱਕ ਹੋਰ ਸਕੀਮ ਹੈ। ਜਦੋਂ ਤੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਤੋਂ ਹੀ ਮੋਦੀ ਖੇਤੀਬਾੜੀ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਜ਼ਰੂਰੀ ਵਸਤੂਆਂ ਬਾਰੇ ਐਕਟ ਦੀਆਂ ਪਾਬੰਦੀਆਂ ਹਟਾਉਣ ਨਾਲ ਕਿਸਾਨਾਂ ਨੂੰ ਲਾਭ ਹੋਏਗਾ, ਪਰ ਸਿਰਫ ਆਪਣੇ ਦੂਜੇ ਕਾਰਜਕਾਲ ਵਿੱਚ ਉਹਨਾਂ ਨੇ ਸੁਧਾਰ ਕਰਨ ਦੀ ਇੱਛਾ ਦਿਖਾਈ। NEP 2020 ਦੇ ਨਾਲ ਉਹਨਾਂ ਨੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦਾ ਪ੍ਰਸਤਾਵ ਦਿੱਤਾ। ਅਮੁਲ ਦੀ ਸਫਲਤਾ ਸਾਨੂੰ ਦਰਸਾਉਂਦੀ ਹੈ ਕਿ ਇਹ ਸੰਭਵ ਹੈ। ਦੁੱਧ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਕਣਕ, ਝੋਨੇ ਅਤੇ ਗੰਨੇ ਨਾਲੋਂ ਵਾਧੂ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਪੋਲਟਰੀ ਜਾਂ ਦੁੱਧ ਵਿੱਚ ਕੋਈ MSP ਨਹੀਂ ਹੈ, ਨਾ ਹੀ ਬਿਜਲੀ ਦੀ ਸਬਸਿਡੀ ਹੈ ਅਤੇ ਨਾ ਹੀ ਟੈਕਸ ਵਿੱਚ ਕੋਈ ਛੋਟ ਹੈ। ਨਾਸਿਕ ਵਿੱਚ ਸਯਾਦਰੀ ਫਾਰਮਸ, ਜੋ ਕਿ 2010 ਵਿੱਚ 500 ਕਿਸਾਨਾਂ ਦੁਆਰਾ ਬਣਾਏ ਗਏ ਸਨ, ਦੇ ਹੁਣ 6000 ਮੈਂਬਰ ਹਨ, ਜਿਨ੍ਹਾਂ ਵਿੱਚ ਪਰਚੂਨ ਦੁਕਾਨਾਂ ਅਤੇ ਸ਼ਹਿਰਾਂ ਵਿੱਚ ਗੋਦਾਮ ਹਨ, ਅਤੇ ਇਹ ਭਾਰਤ ਦੇ ਅੰਗੂਰਾਂ ਦੇ ਸਭ ਤੋਂ ਵੱਡੇ ਨਿਰਯਾਤਕਾਰਾਂ ਵਿੱਚੋਂ ਇੱਕ ਹੈ। ਵੀਅਤਨਾਮ ਨੇ FDI ਅਤੇ ਨਿੱਜੀ ਖੇਤਰ ਦੀ ਭਾਗੀਦਾਰੀ ਦੀ ਇਜਾਜ਼ਤ ਦੇ ਕੇ 20 ਸਾਲਾਂ ਵਿੱਚ ਆਪਣੀ ਖੇਤੀਬਾੜੀ GDP 4 ਗੁਣਾ ਵਧਾ ਲਈ ਹੈ। ਅਮਰੀਕਾ ਨੂੰ ਨਿਰਯਾਤ ਚਾਵਲ, ਕੌਫੀ, ਕਾਜੂ, ਮੱਛੀ ਅਤੇ ਮਿਰਚ ਉੱਤੇ ਧਿਆਨ ਕੇਂਦਰਿਤ ਕਰਕੇ 1991 ਵਿੱਚ ਮਨਮੋਹਨ ਸਿੰਘ, 1999 ਵਿੱਚ ਯਸ਼ਵੰਤ ਸਿਨਹਾ ਅਤੇ 2003 ਵਿੱਚ ਜਸਵੰਤ ਸਿੰਘ ਨੇ ਖੇਤੀ ਖੇਤਰ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਹਰ ਵਾਰ ਉਹਨਾਂ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਗਿਆ ਅਤੇ ਇਹ ਕੁਚਲਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਹਿੰਮਤ ਦਿਖਾਈ, ਹਾਲਾਂਕਿ ਸਾਰਿਆਂ ਨੂੰ ਨਾਲ ਲੈਣ ਦੀ ਬਜਾਏ ਉਹਨਾਂ ਨੇ ਕਾਹਲੀ ਵਿੱਚ ਕਾਨੂੰਨ ਪਾਸ ਕਰ ਦਿੱਤਾ ਅਤੇ ਇਹ ਇੱਕ ਸੰਕਟ ਬਣ ਗਿਆ। ਬਿਸਬੋ ਦੀ ਸ਼ਾਇਰੀ, ਕਿਸਾਨਾਂ ਦੀ ਸਰਕਾਰ ਨਾਲ ਨਿਭਦੀ ਨਹੀਂ, ਕੋਈ ਵੀ ਸਕੀਮ ਨੇੜੇ ਤੇੜੇ ਦਿਸਦੀ ਨਹੀਂ, ਗੱਲ ਸੇਠਾਂ ਮਹਾਨ ਦੀ ਨਹੀਂ, ਹੇਠਾਂ ਕਿਸਾਨ ਦੀ ਹੈ। ਮੋਦੀ ਭਾਵੇਂ ਅੱਜ ਦਹਾੜੇ, ਪਰ ਇਤਿਹਾਸ ਦੱਸਦਾ ਸਰਕਾਰਾਂ ਦੇ ਖੜਤੇ ਚੰਗਿਆੜੇ। ਕੀ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ? ਤਾਂ ਸਬਸਕ੍ਰਾਈਬ ਕਰੋ ਬਿਸਬੋ ਪੰਜਾਬੀ। ਸਾਈਡ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਮਿਲ ਸਕਣ ਸਾਡੇ ਸਾਰੇ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ। ਧੰਨਵਾਦ।